ਦੋਸਤੋ ਪੰਜਾਬੀ ਟ੍ਰਿਬਿਊਨ ਦੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਵਿਧਾਨ ਸਭਾ ਦੇ ਮਤੇ, ਸੁਖਬੀਰ ਸਿੰਘ ਬਾਦਲ ਦੀ ਚਿੱਠੀ ਅਤੇ ਫਸਲਾਂ ਦੇ ਖਰੀਦ ਪ੍ਰਬੰਧਾਂ ਨੂੰ ਲੈ ਕੇ, ਜਿਸ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੋਆਰਡੀਨੇਟਰ ਸ਼੍ਰੀ ਹਮੀਰ ਸਿੰਘ ਜੀ। ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਪੰਜਾਬ ਦੇ ਵਿੱਚ ਫਸਲਾਂ ਦੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਹੈਗਾ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਤੇ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਦਿਨੀ ਮੀਡੀਆ ਦੇ ਜ਼ਰੀਏ ਇੱਕ ਚਿੱਠੀ ਜਿਹੜੀ ਹੈਗੀ ਹੈ ਲੋਕਾਂ 'ਚ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਕਿ ਪੰਜਾਬ ਦੇ ਵਿੱਚ ਫਸਲਾਂ ਦੇ ਜਿਹੜੇ ਖਰੀਦ ਪ੍ਰਬੰਧ ਹੈ ਉਹ ਪਹਿਲਾਂ ਦੀ ਤਰ੍ਹਾਂ ਜਾਰੀ ਰਹਿਣਗੇ। ਪਰ ਅਸੀਂ ਇਸ ਤੋਂ ਪਹਿਲਾਂ ਇਹ ਜਾਣਨਾ ਚਾਹਾਂਗੇ ਵੀ ਕਿ ਪੰਜਾਬ ਦੀ ਜਿਹੜੀ ਸੂਬਾਈ ਖਰੀਦ ਏਜੰਸੀਆਂ ਹੈਗੀਆਂ, ਇਹਨਾਂ ਕੋਲ ਖਰੀਦ ਪ੍ਰਬੰਧ ਕਦ ਤੋਂ ਹੈਗੇ ਆ ਜਿਹੜੇ ਸ਼ੁਰੂ ਹੋਏ ਆ ਤੇ ਇਹਦਾ ਪੰਜਾਬ ਦੀ ਅਰਥ ਵਿਵਸਥਾ 'ਤੇ ਕੀ ਪ੍ਰਭਾਵ ਪਿਆ ਸੀ? ਅਸਲ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਹੀ ਜਿਹੜੀ ਕੇਂਦਰ ਸਰਕਾਰ ਹੈ ਉਹ ਖਰੀਦ ਦੀ ਗਰੰਟੀ ਤੋਂ ਪਿੱਛੇ ਹਟਣ ਲਈ ਕੋਈ ਨਾ ਕੋਈ ਤਰੀਕਾ ਲੱਭਦੀ ਰਹੀ ਹੈ ਹਮੇਸ਼ਾ ਹੀ। ਔਰ ਸਭ ਤੋਂ ਪਹਿਲਾਂ ਉਹਨਾਂ ਨੇ ਇਹ ਕੀਤਾ ਕਿ 1997-98 ਤੱਕ ਸੈਂਟਰਲਾਈਜ਼ਡ ਪ੍ਰੋਕਿਉਰਮੈਂਟ ਪਾਲਿਸੀ ਸੀ, ਜਿਹਨੂੰ ਕਹਿੰਦਾ ਕੇਂਦਰੀਕਰਨ, ਕਿ ਕੇਂਦਰ ਸਰਕਾਰ ਔਰ ਦੇ ਰਾਹੀਂ ਐਫਸੀਆਈ ਦੀ ਹੀ ਮੇਨ ਜ਼ਿੰਮੇਵਾਰੀ ਸੀ ਕਿ ਉਹ ਕਣਕ ਤੇ ਝੋਨੇ ਦੀ ਖਰੀਦ ਕਰਦੀ ਸੀ, ਪੰਜਾਬ 'ਚੋਂ, ਹਰਿਆਣੇ 'ਚੋਂ, ਪੱਛਮੀ ਯੂਪੀ 'ਚੋਂ, ਜਿੱਥੇ ਵੀ ਉਹ ਸੀ। ਪਰ 1997-98 ਦੇ ਵਿੱਚ ਇੱਕ ਨਵੀਂ ਪਾਲਿਸੀ ਲਿਆਂਦੀ। ਉਹ ਨਵੀਂ ਪਾਲਿਸੀ ਦਾ ਨਾਂ ਰੱਖਿਆ ਇਹਨਾਂ ਨੇ ਡੀਸੈਂਟਰਲਾਈਜ਼ਡ ਪ੍ਰੋਕਿਉਰਮੈਂਟ ਪਾਲਿਸੀ। ਮਤਲਬ ਵੈਸੇ ਸਰਕਾਰ ਕੇਂਦਰੀਕਰਨ ਕਰਦੀ ਜਾ ਰਹੀ ਹੈ, ਪਰ ਜਿਹੜੇ ਕੰਮ ਕਰਨੇ ਨੇ ਮਤਲਬ ਲੋਕਾਂ ਦੇ ਨਾਲ ਸੇਵਾ ਦਾ ਜਿਹੜਾ ਕੰਮ ਹੈ ਜਾਂ ਲੋਕਾਂ ਦੇ ਫਾਇਦੇ ਦਾ ਕੰਮ ਹੈ, ਉਹ ਕੰਮ ਸਾਰੇ ਉਹਨਾਂ ਨੂੰ ਦੇ ਦਿਓ ਤੇ ਅਧਿਕਾਰ ਆਪ ਲੈ ਲਓ। ਉਸ ਪਾਲਿਸੀ ਤਹਿਤ ਕੀ ਕੀਤਾ 1997-98 ਦੇ ਵਿੱਚ ਇਹਨਾਂ ਨੇ ਕਿ ਜਿਹੜੀਆਂ ਸੂਬੇ ਦੀਆਂ ਖਰੀਦ ਏਜੰਸੀਆਂ ਨੇ ਉਹ ਪ੍ਰੋਕਿਉਰਮੈਂਟ ਕਰਨਗੀਆਂ, ਜਿਵੇਂ CCL ਲਿਮਟ ਜਿਹਨੂੰ ਕਹਿੰਦੇ ਆ, ਕੈਸ਼ ਕ੍ਰੈਡਿਟ ਲਿਮਟ। ਰਿਜ਼ਰਵ ਬੈਂਕ ਆਫ ਇੰਡੀਆ ਜਿਹੜੀ ਹੈ ਉਹ ਦਿੰਦੀ ਹੈ, ਇੱਕ ਬੈਂਕਾਂ ਦਾ ਕੰਸੋਰਟੀਅਮ ਬਣਿਆ ਹੋਇਆ, ਉਹਦੇ ਰਾਹੀਂ ਸੂਬਾ ਸਰਕਾਰ ਨੂੰ। ਤੇ ਕੇਂਦਰ ਸਰਕਾਰ ਨੇ ਇਹ ਕਿਹਾ ਕਿ ਖਰੀਦ ਏਜੰਸੀਆਂ ਖਰੀਦ ਕਰਨਗੀਆਂ FCI ਦੇ ਬਿਹਾਫ ਤੇ, FCI ਨੂੰ ਉਹ ਦੇਣਗੀਆਂ। ਪਰ ਉਹ ਸਾਰੇ ਰੇਟ ਜਿਹੜੇ ਨੇ, ਭਾਅ ਜਿਹੜਾ ਹੈ, ਚਾਹੇ ਉਹ ਟਰਾਂਸਪੋਰਟੇਸ਼ਨ ਦਾ, ਚਾਹੇ ਉਹ ਸਟੋਰੇਜ ਦਾ, ਚਾਹੇ ਉਹ ਵੱਖ-ਵੱਖ ਜਿੰਨੇ ਵੀ ਨੇ, ਉਹਦੇ ਰੇਟ ਕੇਂਦਰ ਸਰਕਾਰ ਤੈਅ ਕਰੇਗੀ, ਉਹਦੇ ਦਾਇਰੇ ਦੇ ਵਿੱਚ ਹੀ ਦੇਣੇ ਨੇ। ਔਰ ਜਿਹੜੀਆਂ ਇਹ ਪ੍ਰੋਕਿਉਰਮੈਂਟ ਕਾਹਦੇ ਲਈ ਹੋਏਗੀ, ਇੱਕ ਤਾਂ ਨੈਸ਼ਨਲ ਫੂਡ ਸਿਕਿਉਰਿਟੀ ਦਾ ਜੋ ਸਿਸਟਮ ਹੈ ਉਹਦੇ ਤਹਿਤ, ਦੂਸਰਾ ਕੋਈ ਹੋਰ ਜਿਹੜੀਆਂ ਪਬਲਿਕ ਵੈਲਫੇਅਰ ਦੀਆਂ ਜਿਹੜੀਆਂ ਸਕੀਮਾਂ ਨੇ ਉਹਦੇ ਤਹਿਤ ਜਿਹੜਾ ਅਨਾਜ ਵੰਡਿਆ ਜਾਂਦਾ, ਉਹ ਜਿਹੜਾ ਟੋਟਲ ਅਨਾਜ ਖਰੀਦ ਕਰਨਗੇ। ਤੇ ਜਿਹੜਾ ਅਨਾਜ ਉਹ ਤੋਂ ਬਾਹਰ ਉਹਦੀ ਲੋੜ ਤੋਂ ਜ਼ਿਆਦਾ ਹੋਏਗਾ ਉਹ ਸੈਂਟਰਲ ਪੂਲ ਦਾ ਨਹੀਂ ਮੰਨਿਆ ਜਾਏਗਾ, ਉਹ ਸੈਂਟਰਲ ਪੂਲ ਤੋਂ ਬਾਹਰ ਰੱਖਿਆ ਜਾਏਗਾ। ਇਹ ਉਸ ਦੇ ਵਿੱਚ ਲਿਖਿਆ ਹੋਇਆ ਪਾਲਿਸੀ ਦਾ ਇੱਕ ਹਿੱਸਾ ਹੈ। ਇਹਦੇ ਨਾਲ ਕੀ ਹੋਇਆ ਫਿਰ, ਇਹ ਚੱਲਦਾ ਗਿਆ 1997-98 ਤੋਂ ਬਾਅਦ ਲਗਾਤਾਰ। ਤੇ ਸੂਬਾ ਸਰਕਾਰਾਂ ਇਹ ਕਹਿੰਦੀਆਂ ਰਹੀਆਂ ਕਿ ਸਾਡੇ ਖਰਚੇ ਕੁਝ ਵੱਧ ਹੋ ਰਹੇ ਨੇ, ਤੇ ਕੇਂਦਰ ਸਰਕਾਰ ਕਹਿੰਦੀ ਰਹੀ ਕਿ ਨਹੀਂ, ਜਿੰਨਾ ਅਸੀਂ ਤੈਅ ਕੀਤਾ ਸਾਰੇ ਖਰਚੇ ਉਨੇ ਹੀ ਚਾਹੀਦੇ ਨੇ। ਉਹਦਾ ਨਤੀਜਾ ਇਹ ਨਿਕਲਿਆ ਕਿ 1997-98 ਤੋਂ ਬਾਅਦ ਲਗਭਗ 2 ਦਹਾਕਿਆਂ ਦੇ ਦੌਰਾਨ ਹੀ ਵੱਖ-ਵੱਖ ਸਰਕਾਰਾਂ ਆਈਆਂ ਤੇ ਉਹਦੇ ਦੌਰਾਨ ਪੰਜਾਬ ਸਿਰ ਉਹਨਾਂ ਨੇ 12,000 ਕਰੋੜ ਰੁਪਈਆ ਕੱਢਤਾ। RBI ਦਾ, ਰਿਜ਼ਰਵ ਬੈਂਕ ਆਫ ਇੰਡੀਆ ਦੀ ਇੱਕ ਰਿਪੋਰਟ ਆਈ ਜਿਹੜੇ ਕਹਿੰਦੇ ਨੇ ਪੰਜਾਬ ਦੇ ਵਿੱਚ ਖਰੀਦ ਦਾ, ਅਨਾਜ ਖਰੀਦ ਦਾ 12,000 ਕਰੋੜ ਦਾ ਘੁਟਾਲਾ ਹੋਇਆ। ਤੇ ਇਹ ਰੌਲਾ ਪਿਆ ਮੀਡੀਆ 'ਚ ਬਹੁਤ ਵੱਡੇ ਪੱਧਰ ਤੇ ਜਾ ਕੇ। ਫਿਰ ਇਹ 2016 ਦੇ ਵਿੱਚ ਉਹਨਾਂ ਨੇ ਆ ਕੇ ਰੋਕ ਲਾਤੀ ਕਿ ਅਸੀਂ ਕੈਸ਼ ਕ੍ਰੈਡਿਟ ਲਿਮਟ ਉਨਾ ਚਿਰ ਜਾਰੀ ਨਹੀਂ ਕਰਾਂਗੇ ਜਿੰਨਾ ਚਿਰ ਤੁਸੀਂ ਉਹ ਪੈਸੇ, ਜਿਹੜੇ ਪੈਸੇ ਦਾ ਹਿਸਾਬ ਕਿਤਾਬ ਤੁਸੀਂ ਨਹੀਂ ਦੇ ਰਹੇ, ਉਨਾ ਚਿਰ ਉਹਨੂੰ ਕਲੀਅਰ ਨਹੀਂ ਕਰਦੇ। ਮਤਲਬ ਆਪਦੀ ਜਿਹੜੀ ਬੈਲੈਂਸ ਸ਼ੀਟ ਜਿਹਨੂੰ ਕਹਿੰਦੇ ਆ, ਜਾਂ ਲੋਨ ਦਾ ਸਿਸਟਮ, ਉਹਨੂੰ ਸਪਸ਼ਟ ਨਹੀਂ ਕਰਦੇ ਕਿ ਉਹ ਪੈਸਾ ਕਿੱਥੇ ਖਰਚਿਆ ਗਿਆ। ਉਹਦੇ 'ਚ ਚੱਲਦੇ ਦੌਰਾਨ ਫਿਰ ਕੀ ਹੋਇਆ, ਜਦੋਂ ਵੋਟਾਂ ਪੈ ਚੁੱਕੀਆਂ ਸੀ ਤੇ ਗਿਣਤੀ ਅਜੇ ਹੋਣੀ ਸੀ 2017 'ਚ ਆ ਕੇ, ਉਦੋਂ ਇੱਕ ਫੈਸਲਾ ਕਰ ਲਿਆ ਗਿਆ ਪੰਜਾਬ ਦੀ ਉਸ ਕੈਬਨਿਟ ਵੱਲੋਂ, ਜਿਹਨੇ ਇਹ ਕਹਿਤਾ ਕਿ 12,000 ਕਰੋੜ ਰੁਪਈਆ ਉਹ ਤੇ 19,000 ਕਰੋੜ ਰੁਪਈਆ ਲਗਭਗ ਉਹ 'ਤੇ ਵਿਆਜ ਹੋ ਗਿਆ। 31,000 ਕਰੋੜ ਰੁਪਈਆ ਮੰਨ ਲਿਆ ਗਿਆ ਪੰਜਾਬ ਦੇ ਸਿਰ ਕਰਜ਼ਾ। ਹੁਣ 2 ਸਵਾਲ ਇਹਦੇ 'ਚ ਪੈਦਾ ਹੁੰਦੇ ਨੇ ਉਦੋਂ ਤੋਂ ਲੈ ਕੇ ਉਸ ਜਿਹੜੀ ਪਹਿਲੀ ਗੱਲ ਤਾਂ ਪੰਜਾਬ ਨੇ 1997 ਤੇ 98 ਦੀ ਪਾਲਿਸੀ ਸਟੇਟ ਏਜੰਸੀ ਦੇ ਸਿਰ ਜ਼ਿੰਮੇਵਾਰ ਲੈਣ ਦੀ ਕਿਉਂ ਮਨਜ਼ੂਰ ਕੀਤੀ? ਉਦੋਂ ਸਾਡੇ ਸਿਆਸਤਦਾਨ ਨੇ ਕਿਉਂ ਲੜਾਈ ਨਹੀਂ ਕੀਤੀ ਇਸ ਸਾਰੇ ਮਾਮਲੇ ਦੇ ਵਿੱਚ? ਦੂਜੀ ਗੱਲ, ਜੇਕਰ ਪੰਜਾਬ ਦੀ ਸਰਕਾਰ ਦਾ ਵਾਜਬ ਗੱਲ ਹੈ ਕਿ ਉਹ ਸਾਡੇ ਡਿਊਜ਼ ਨਹੀਂ ਦਿੰਦੇ, ਸਾਡਾ ਉਹਨਾਂ ਵੱਲ ਕਲੇਮ ਬਣਦਾ, ਤਾਂ ਫਿਰ ਲੜਾਈ ਲੜਨੀ ਚਾਹੀਦੀ ਸੀ।
ਤੁਸੀਂ 31,000 ਕਰੋੜ ਦਾ ਬੋਝ ਪੰਜਾਬ ਦੇ ਆਮ ਲੋਕਾਂ ਤੇ ਪਾਤਾ। 3420 ਕਰੋੜ ਰੁਪਏ ਹਰ ਸਾਲ 20 ਸਾਲਾਂ ਲਈ ਪੰਜਾਬ ਦੇ ਉੱਤੇ ਇੱਕ ਲੋਨ ਉਸ ਲੈਵਲ ਤੇ ਖੜਾ ਹੈ। ਹੁਣ ਉਦੋਂ ਬਾਅਦ ਅਮਰਿੰਦਰ ਸਿੰਘ ਦੀ ਸਰਕਾਰ ਆਈ। ਅਮਰਿੰਦਰ ਸਿੰਘ ਦੀ ਸਰਕਾਰ ਨੇ ਇਹਨੂੰ ਬਹੁਤ ਭੁਨਾਇਆ। ਸੁਨੀਲ ਜਾਖੜ ਬੜੀਆਂ ਉਹ ਕਰਦੇ ਰਹੇ ਪ੍ਰੈਸ ਕਾਨਫਰੰਸਾਂ, ਬਾਕੀ ਲੋਕ, ਕਿ ਘਪਲਾ ਹੋਇਆ ਜੀ। ਉਦੋਂ ਦਾ ਜਿਹੜੇ ਫੂਡ ਸਪਲਾਈ ਮਿਨਿਸਟਰ ਸੀ ਉਹਨਾਂ ਨੇ ਕਿੱਥੇ ਖਾਧੇ, ਕਿਵੇਂ ਖਾਧੇ, ਕੀ ਕੀਤਾ। ਅਕਾਲੀ ਕਹਿੰਦੇ ਰਹੇ ਤੁਹਾਡੇ ਵੇਲੇ ਦਾ ਵੀ ਹੈ, ਇਕੱਲਾ ਸਾਡੇ ਵੇਲੇ ਦਾ ਨਹੀਂ। ਤਾਂ ਇੱਕ ਫੈਸਲਾ ਹੋਇਆ ਕਿ ਇਹਦੀ ਜਾਂਚ ਕਰਾਓ, ਇਹਦਾ ਆਡਿਟ ਕਰਾਓ। ਕੈਪਟਨ ਅਮਰਿੰਦਰ ਸਿੰਘ ਨੇ ਵੀ ਬਿਆਨ ਦਿੱਤੇ ਕਿ ਵਿਜੀਲੈਂਸ ਜਾਂਚ ਕੀਤੀ ਕਰੇਗੀ। ਹੁਣ 3.5 ਸਾਲ ਹੋ ਗਏ, ਉਹ ਜਾਂਚ ਕਿੱਥੇ ਹੈ? ਜੇ ਇਸ ਸਟੇਟ ਦੇ ਵਿੱਚ ਘੁਟਾਲਾ ਹੋਇਆ 97-98 ਤੋਂ ਬਾਅਦ ਆਈਆਂ ਸਰਕਾਰਾਂ ਨੇ ਜਿਹੜਾ 31,000 ਕਰੋੜ ਰੁਪਏ ਪੰਜਾਬ ਦੇ ਲੋਕਾਂ ਨੂੰ ਪੈਨਲਟੀ ਪਾਤੀ, ਉਹਦੇ ਲਈ ਜ਼ਿੰਮੇਵਾਰ ਕੌਣ ਹੈ? ਜੇ ਉਹਨੂੰ ਤੁਸੀਂ ਸਾਹਮਣੇ ਦੀ ਜਾਂਚ ਦੇ ਵਿੱਚ ਲਿਆਉਂਦੇ ਤੇ ਬੰਦੇ ਨੂੰ ਆਇਡੈਂਟੀਫਾਈ ਕਰੋ ਫਿਰ, ਜਾਂ ਤੁਸੀਂ ਰਲ ਮਿਲ ਕੇ ਖਾਧਾ, ਇਹਦਾ ਕੌਣ ਜ਼ਿੰਮੇਵਾਰ ਹੋਏਗਾ? ਇਹਨੂੰ ਕੌਣ ਦੇਏਗਾ? ਤੇ ਜੇ ਕੇਂਦਰ ਸਰਕਾਰ ਦੀ ਗੱਲ ਠੀਕ ਹੈ, ਤੁਹਾਡੀ ਉਹ ਗਲਤ ਹੈ, ਘੁਟਾਲਾ ਹੋਇਆ ਹੀ ਨਹੀਂ, ਤਾਂ ਤੁਸੀਂ ਉਹਨੂੰ ਮੰਨਿਆ ਕਿਉਂ ਤੇ ਉਹਦੇ ਖਿਲਾਫ ਖੜੇ ਕਿਉਂ ਨਹੀਂ ਹੋਏ? ਉਹਦੇ ਖਿਲਾਫ ਮੂਵਮੈਂਟ ਕਿਉਂ ਨਹੀਂ ਲੜੀ? ਉਹੀ ਪ੍ਰੋਕਿਉਰਮੈਂਟ ਪਾਲਿਸੀ ਲਾਗੂ ਹੋਣ ਨਾਲ ਕੀ ਹੋਇਆ? ਹੌਲੀ ਹੌਲੀ FCI ਖਰੀਦ ਤੋਂ ਬਾਹਰ ਹੁੰਦੀ ਚਲੀ ਗਈ। ਔਰ ਅੱਜ ਕੱਲ੍ਹ FCI ਨਾਰਮਲੀ ਕਣਕ ਤੇ ਝੋਨਾ ਕੋਈ 5% ਖਰੀਦ ਲੇ, 10% ਖਰੀਦ ਲੇ, ਤੇ ਉਨਾ ਕੁ ਖਰੀਦਦੀ ਹੈ, ਬਾਕੀ ਸਾਰਾ ਸੂਬਿਆਂ ਦੀਆਂ ਏਜੰਸੀਆਂ ਤੇ ਪਾਤਾ। ਤੇ ਜੇਕਰ ਉਹ ਹੌਲੀ ਹੌਲੀ ਫਿਰ ਇਦੋਂ ਬਾਅਦ ਅਗਲੀ ਪਾਲਿਸੀ ਇਹ ਆਉਂਦੀ ਹੈ ਜਦੋਂ ਉਹਦੇ 'ਚ 2014 ਦੇ ਵਿੱਚ ਹੀ ਇਸੇ ਕੰਮ ਦੇ ਚੱਲਦੇ ਹੋਏ ਸ਼ਾਂਤਾ ਕੁਮਾਰ ਕਮੇਟੀ ਬਣਦੀ ਹੈ। ਸ਼ਾਂਤਾ ਕੁਮਾਰ ਕਮੇਟੀ ਇਹ ਰਿਪੋਰਟ ਦੇ ਦਿੰਦੀ ਹੈ ਕਿ FCI ਹੀ ਭੰਗ ਕਰ ਦਿਓ। FCI ਭੰਗ ਕਰਕੇ ਕੇਵਲ ਉਹਨਾਂ ਅਨਾਜ ਖਰੀਦੋ ਜਿੰਨਾ ਤੁਹਾਡਾ ਜਨਤਕ ਵੰਡ ਪ੍ਰਣਾਲੀ ਦੇ ਵਿੱਚ ਜ਼ਰੂਰੀ ਹੈ, ਬਾਕੀ ਦਾ ਸੂਬਿਆਂ ਨੂੰ ਕਹਿ ਦਿਓ ਕਿ ਜੇ ਤੁਸੀਂ ਆਪ ਖਰੀਦਣਾ ਚਾਹੁੰਦੇ ਹੋ ਆਪ ਖਰੀਦ ਲਓ, ਤੇ ਛੱਡ ਦਿੱਤਾ ਜਾਏਗਾ। ਇਸ ਲਈ ਇਹ ਇੱਕ ਕੰਟੀਨਿਊ ਪ੍ਰੋਸੈਸ ਹੈ, ਲਗਾਤਾਰ ਪ੍ਰਕਿਰਿਆ ਹੈ, ਕਿ ਇੱਕ ਦਿਨ ਦੀ ਪ੍ਰਕਿਰਿਆ ਨਹੀਂ ਹੈ ਕਿ ਅੱਜ ਕੇਂਦਰ ਪਿੱਛੇ ਹਟ ਗਿਆ ਕੱਲ੍ਹ ਉਹ ਹੋ ਗਿਆ। ਇਸ ਤੋਂ ਬਾਅਦ ਲਗਾਤਾਰ ਜਿਹੜਾ ਐਗਰੀਕਲਚਰ ਕਾਸਟ ਐਂਡ ਪ੍ਰਾਈਸ ਕਮਿਸ਼ਨ ਹੈ, ਖੇਤੀ ਲਾਗਤ ਤੇ ਮੁੱਲ ਕਮਿਸ਼ਨ ਹੈ, ਉਹਦੀਆਂ ਰਿਪੋਰਟਾਂ ਨੇ ਪਿਛਲੇ ਸਾਲ ਦੀਆਂ ਵੀ, ਉਦੋਂ ਪਿਛਲੇ ਸਾਲ ਦੀਆਂ ਵੀ, ਜਿਹੜੀਆਂ ਪਾਲਿਸੀ ਲੈਵਲ ਦਾ ਪ੍ਰੋਕਿਉਰਮੈਂਟ ਪਾਲਿਸੀ ਦੇ ਸਵਾਲ ਦੇ ਉੱਤੇ ਉਹ ਹਰ ਇੱਕ 'ਚ ਇਹ ਕਹਿ ਰਿਹਾ ਕਿ ਆਰਡੀਨੈਂਸ ਜਿਹੜੇ ਆਏ ਨੇ ਉਹਦੀ ਸਿਫਾਰਸ਼ਾਂ ਦੇ ਉੱਤੇ ਆਏ ਨੇ ਕਿ ਤੁਸੀਂ ਪਰਮਾਨੈਂਟ ਪ੍ਰੋਕਿਉਰਮੈਂਟ ਕਰਨ ਦਾ ਜਿਹੜਾ ਤਰੀਕਾ ਉਹ ਤੋਂ ਵਾਪਸ ਆਓ। ਸਾਡੇ ਕੋਲ ਅਨਾਜ ਭੰਡਾਰ ਬਹੁਤ ਨੇ ਤੇ ਤੁਸੀਂ ਓਨਾ ਹੀ ਖਰੀਦੋ, ਬਾਕੀ ਖੁੱਲ੍ਹੀ ਮੰਡੀ 'ਚ ਜਾਣ ਦਿਓ। ਤੇ ਉਹ ਗੱਲ ਨੂੰ ਮੰਨ ਕੇ ਕੇਂਦਰ ਸਰਕਾਰ ਨੇ ਸਾਰੇ ਉਹ ਆਰਡੀਨੈਂਸ ਉਸੇ ਰੂਪ ਦੇ ਵਿੱਚ ਜਾਰੀ ਕੀਤੇ ਨੇ। ਇਦੋਂ ਇਲਾਵਾ ਗਵਰਨਮੈਂਟ ਆਫ ਇੰਡੀਆ ਇੱਕ ਫਸੀ ਬੈਠੀ ਹੈ ਜਿਹਦੇ 'ਚ ਮੰਨਿਆ ਜਾ ਰਿਹਾ ਕਿ ਉਹ ਸਮਝੌਤਾ ਹੋ ਜਾਣਾ ਹੈ। ਉਹਨੂੰ ਐਗਰੀਕਲਚਰ ਟ੍ਰੇਡ ਫੈਸਿਲੀਟੇਸ਼ਨ ਐਗਰੀਮੈਂਟ ਕਹਿੰਦੇ ਨੇ, ਕਿ ਬਾਕੀ ਦੇ ਲੋਕ ਜਿਹੜੇ ਬਾਕੀ ਦੇ WTO ਦੇ ਵਿੱਚ ਉਹ ਪ੍ਰੈਸ਼ਰ ਪਾ ਰਹੇ ਨੇ ਗਵਰਨਮੈਂਟ ਆਫ ਇੰਡੀਆ ਤੇ ਕਿ ਸਾਡਾ ਅਨਾਜ ਆਉਣ ਦਿਓ ਤੁਹਾਡੀਆਂ ਮੰਡੀਆਂ ਦੇ ਵਿੱਚ, ਤੁਸੀਂ ਇਹ ਤੋਂ ਬਾਹਰ ਨਹੀਂ ਰਹਿ ਸਕਦੇ, ਨਹੀਂ ਤੁਹਾਡੇ ਤੇ ਹੋਰ ਰੋਕਾਂ ਲਾ ਦਾਂਗੇ। ਇਹਦੇ ਕਰਕੇ ਵੀ ਇੱਕ ਪ੍ਰੈਸ਼ਰ ਹੈ ਗਵਰਨਮੈਂਟ ਆਫ ਇੰਡੀਆ ਤੇ ਕਿ ਉਹ ਇਹ 'ਚੋਂ ਪਰਮਾਨੈਂਟ ਪ੍ਰੋਕਿਉਰਮੈਂਟ 'ਚੋਂ ਬਾਹਰ ਆਏ। ਇਹ ਸਾਰੇ ਮਾਹੌਲ ਦੇ ਵਿੱਚ ਜੇ ਅੱਜ ਕੱਲ੍ਹ ਵੀ ਕੋਈ ਕਥਾ ਕਹਾਣੀ ਸੁਣਾਈ ਜਾਂਦਾ ਹੈ ਕਿ ਜੀ ਇਹ ਤੋਂ ਬਾਹਰ ਨਹੀਂ ਆਏਗੀ, ਇਹ ਮਤਲਬ ਪੂਰੀ ਦੀ ਪੂਰੀ ਖਰੀਦ ਹੁੰਦੀ ਰਹੇਗੀ, ਤਾਂ ਉਹ ਇੱਕ ਅਲੱਗ ਗੱਲ ਹੈ, ਖੁਸ਼ਫਹਿਮੀ ਹੋ ਸਕਦੀ ਹੈ, ਪਰ ਇਹ ਨਹੀਂ। ਇਸੇ ਕਰਕੇ ਜਿਹੜਾ ਲੈਟਰ ਸੁਖਬੀਰ ਬਾਦਲ ਨੂੰ ਲਿਖਿਆ ਗਿਆ ਹੈ ਖੇਤੀਬਾੜੀ ਮੰਤਰੀ ਵੱਲੋਂ, ਪਹਿਲੀ ਗੱਲ ਤਾਂ ਖੇਤੀਬਾੜੀ ਮੰਤਰੀ ਦੀ ਕੋਈ ਲੋਕੋ ਸਟੈਂਡ ਨਹੀਂ ਬਣਦੀ, ਕਿਉਂਕਿ ਖੇਤੀਬਾੜੀ ਵਿਭਾਗ ਦਾ ਖਰੀਦ ਦੇ ਨਾਲ ਕੋਈ ਸੰਬੰਧ ਨਹੀਂ ਹੈ। ਕੇਵਲ ਖੇਤੀਬਾੜੀ ਲਾਗਤ ਤੇ ਮੁੱਲ ਕਮਿਸ਼ਨ ਹੈ, ਉਹ ਸਿਫਾਰਸ਼ ਕਰਦਾ ਹੈ। ਤੇ ਇਹ ਵੀ ਤੇ ਉਹ ਜਿਹੜੀ ਇੱਕ ਕੈਬਨਿਟ ਕਮੇਟੀ ਔਨ ਇਕਨੋਮਿਕ ਅਫੇਅਰਜ਼ ਹੈ, ਪ੍ਰਾਈਮ ਮਿਨਿਸਟਰ ਤੋਂ ਬਾਅਦ ਕੁਝ 4-5 ਸੀਨੀਅਰ ਮੰਤਰੀਆਂ ਦੀ, ਉਹ ਫੈਸਲਾ ਕਰਦੀ ਹੈ ਕਿ ਉਹਨੂੰ ਮੰਨਣਾ ਜਾਂ ਨਹੀਂ ਮੰਨਣਾ। ਤੇ ਅੱਗੇ ਪ੍ਰੋਕਿਉਰਮੈਂਟ ਦਾ ਫਿਰ ਜਿਹੜੀ ਉਹਦੇ 'ਚ ਅਮਲ ਕਰਨਾ ਹੈ ਉਹ ਕਰਦਾ ਹੈ ਫੂਡ ਡਿਪਾਰਟਮੈਂਟ, ਫੂਡ ਮੰਤਰਾਲਾ ਜਿਹੜਾ ਵੀ ਹੈ। ਨਾ ਤਾਂ ਉਹ ਚਿੱਠੀ ਫੂਡ ਮੰਤਰਾਲੇ ਦੀ ਹੈ, ਨਾ ਕੈਬਨਿਟ ਕਮੇਟੀ ਦੀ ਹੈ ਉਸ ਪੱਧਰ ਦੇ ਉੱਤੇ। ਇਸੇ ਕਰਕੇ ਮੰਗ ਬਾਰ-ਬਾਰ ਉੱਠ ਰਹੀ ਹੈ। ਕਿਸਾਨ ਜਥੇਬੰਦੀਆਂ ਜਿਹੜੀਆਂ ਆਲ ਇੰਡੀਆ ਕਿਸਾਨ ਕੋਆਰਡੀਨੇਸ਼ਨ ਕਮੇਟੀ ਬਣੀ, ਔਰ ਚੰਡੀਗੜ੍ਹ ਦਿੱਲੀ ਦੇ ਵਿੱਚ ਵੀ ਉਹਨਾਂ ਨੇ ਕਿਸਾਨ ਪਾਰਲੀਮੈਂਟ ਵੀ ਕੀਤੀ ਕਈ ਵਾਰ, 2 ਦਿਨ ਦੀ 3 ਦਿਨ ਦੀ, ਔਰ ਜਿਹਦੇ 'ਚ ਇਹ ਇੱਕ ਬਿੱਲ ਡਰਾਫਟ ਕਰਕੇ ਦਿੱਤੇ ਗਏ ਕਿ 2 ਗੱਲਾਂ ਕਰੋ ਪੰਜਾਬ ਦੇਸ਼ ਦੇ ਕਿਸਾਨ ਨੂੰ ਬਚਾਉਣ ਦੇ ਲਈ। ਇੱਕ ਕਾਨੂੰਨ ਬਣਾਓ ਪਾਰਲੀਮੈਂਟ ਦੇ ਵਿੱਚ ਕਿ ਉਹ ਰੇਟ MSP ਤੇ ਫਸਲਾਂ ਖਰੀਦਣ ਦੀ ਗਰੰਟੀ ਕਰੇ, ਇਹ ਕਾਨੂੰਨ ਬਣਾਓ। ਦੂਜਾ ਕਿਸਾਨਾਂ ਦੇ ਕਰਜ਼ਿਆਂ ਤੇ ਲੀਕ ਫੇਰਨ ਦਾ ਜਿਹੜਾ ਇੱਕ ਉਹ ਕਾਨੂੰਨ ਬਣਾਓ ਤਾਂ ਕਿ ਕਾਨੂੰਨੀ ਉਹਦੇ 'ਚ ਕਿਸਾਨ ਨੂੰ ਸਹਾਇਤਾ ਮਿਲ ਸਕੇ। ਇਹ ਡਿਮਾਂਡ ਚੱਲਦੀ ਹੈ। ਉਹਨਾਂ ਡਿਮਾਂਡ ਦੇ ਅਸਰ ਹੀ ਪੰਜਾਬ ਦੀ ਵਿਧਾਨ ਸਭਾ ਨੇ ਮਤਾ ਪਾਤਾ ਕਿ ਨਵਾਂ ਆਰਡੀਨੈਂਸ ਲਿਆਓ ਜਿਹੜਾ ਕਿਸਾਨ ਨੂੰ ਗਰੰਟੀ ਕਰਦਾ ਹੋਵੇ, ਨਾ ਕਿ ਦੂਜਾ ਜਿਹੜਾ ਤੁਸੀਂ ਇਕੱਲਾ ਚਿੱਠੀ ਪੱਤਰ ਦਾ ਸਵਾਲ ਹੈ। ਚਿੱਠੀ ਪੱਤਰ ਦਾ ਕੋਈ ਮਤਲਬ ਨਹੀਂ। ਔਰ ਨਾਲ ਦੀ ਨਾਲ ਉਹੀ ਚਿੱਠੀ ਇਹ ਕਹਿੰਦੀ ਹੈ ਅੱਗੇ ਜਾ ਕੇ ਕਿ ਅਸੀਂ ਨਹੀਂ ਰੋਕਿਆ, ਇਹ ਨਾ ਮੰਡੀ ਬੋਰਡ ਦੀਆਂ ਮੰਡੀਆਂ ਬਣਾਉਣ ਤੋਂ ਰੋਕਦੇ ਹਾਂ,
ਨਾ ਮੰਡੀ ਬੋਰਡ ਨੂੰ ਅਸੀਂ ਉਹਦੇ 'ਚ ਟੈਕਸ ਲਾਉਣ ਤੋਂ ਰੋਕਦੇ ਹਾਂ। ਇਹ ਕੌਣ ਕਹਿੰਦਾ ਕਿ ਰੋਕਦੇ ਹੋ? ਕਦੇ ਕਿਸੇ ਨੇ ਕਿਹਾ? ਤੁਸੀਂ ਉਹਨੂੰ ਬਣੇ ਬਣਾਏ ਨੂੰ ਖਾਲੀ ਕਰਨਾ ਚਾਹੁੰਦੇ ਹੋ। ਤੁਸੀਂ ਬਾਕੀ ਦੇ ਸਾਰੇ ਉਹਦੀਆਂ ਮੰਡੀਆਂ ਤੋਂ ਬਾਹਰ ਜ਼ੀਰੋ ਟੈਕਸ ਤੇ ਕੇਵਲ ਪੈਨ ਕਾਰਡ ਲਿਆ ਕੇ ਕੋਈ ਵੀ ਕਾਰਪੋਰੇਟ ਹਾਊਸ ਵੱਡਾ ਘਰਾਣਾ ਜਿਹੜੀ ਮਰਜ਼ੀ ਚੀਜ਼ ਖਰੀਦ ਸਕਦਾ ਜ਼ੀਰੋ ਟੈਕਸ ਤੇ। ਤਾਂ ਕਿਸੇ ਦਾ ਦਿਮਾਗ ਖਰਾਬ ਹੈ ਕਿ ਜ਼ੀਰੋ ਟੈਕਸ ਤੇ ਜਾਊਗਾ। ਔਰ ਪਹਿਲਾਂ ਉਹ ਸਾਲ 2 ਸਾਲ ਹੋ ਸਕਦਾ 50 ਰੁਪਏ ਕੁਇੰਟਲ ਜ਼ਿਆਦਾ ਦੇਣ, ਬਾਹਰ ਦੀ ਬਾਹਰ ਕਿਸਾਨ ਤੋਂ ਖਰੀਦ ਲੈਣ। ਤੇ ਜਦੋਂ ਇਹ ਡਿਫੰਕਟ ਹੋ ਗਿਆ ਮੰਡੀ ਦਾ ਢਾਂਚਾ, ਜਿਹੜੇ ਟੈਕਸ ਲੱਗੇ ਨੇ 8.5%, ਜੇ ਉਹਨੂੰ 150 ਪੌਣੇ 200 ਰੁਪਏ ਕੁਇੰਟਲ ਮਗਰ ਫਾਇਦਾ ਹੁੰਦਾ ਬਾਹਰ ਵੀ ਖਰੀਦਣ ਦੇ ਉੱਤੇ, ਤਾਂ ਇਸ ਮੰਡੀ 'ਚੋਂ ਤਾਂ ਉਹ ਖਰੀਦੂਗਾ ਨਹੀਂ, ਤਾਂ ਆਟੋਮੈਟਿਕਲੀ ਉਹ ਹੋ ਜਾਣਾ। ਇਸੇ ਲਈ ਸਭ ਤੋਂ ਵੱਡਾ ਸਵਾਲ ਇਹਦੇ 'ਚ ਇਹ ਹੈ ਕਿ ਜਿਹੜਾ ਫੈਡਰਲ ਢਾਂਚੇ ਤੇ ਵਾਰ ਹੈ, ਫੈਡਰਲ ਢਾਂਚਾ ਇਹ ਡਿਮਾਂਡ ਕਰਦਾ ਹੈ ਕਿ ਤੁਸੀਂ ਰਾਜਾਂ ਨੂੰ ਤਾਕਤਾਂ ਜ਼ਿਆਦਾ ਦਿਓ। ਤੁਸੀਂ ਖੇਤੀ ਦੀ ਮੰਡੀ ਦੇ ਵਿੱਚ ਵੀ ਆਪ ਵੜ ਕੇ ਫੈਡਰਲ ਢਾਂਚਾ ਬਿਲਕੁਲ ਤਹਿਸ ਨਹਿਸ ਕਰਤਾ। ਤੇ ਫੈਡਰਲ ਢਾਂਚੇ ਲਈ ਖੜਾ ਕੌਣ ਹੋਏਗਾ? ਜਿਹੜੀ ਪਾਰਟੀ ਸ਼੍ਰੋਮਣੀ ਅਕਾਲੀ ਦਲ 1973 ਦੇ ਮਤੇ ਤੇ ਜਾਂ ਹਮੇਸ਼ਾ ਕਦੇ ਬੋਲੀ ਦੇ ਸਵਾਲ ਤੇ ਕਦੇ ਸੂਬੇ ਦੇ ਪਾਣੀਆਂ ਦੇ ਸਵਾਲ ਤੇ ਲੜਨ ਦਾ ਦਾਅਵਾ ਕਰਦੀ ਹੈ, ਅੱਜ ਉਹ ਇਹਦੇ ਬਿਲਕੁਲ ਉਲਟ ਹੈ। ਉਹ ਫੈਡਰਲ ਢਾਂਚੇ ਦੀ ਗਿਰਾਵਟ ਦੀ ਗੱਲ ਹੀ ਨਹੀਂ ਕਰਦੀ, ਕੇਵਲ ਐਮਐਸਪੀ ਤੇ ਆ ਗਈ। ਐਮਐਸਪੀ ਵੀ ਨਹੀਂ ਰਹਿ ਸਕਦੀ, ਕਿਉਂਕਿ ਜੇ ਤੁਸੀਂ ਇੱਕ ਲੌਜੀਕਲ ਐਂਡ ਤੱਕ ਜਾਂਦੀਆਂ ਉਹ ਚੀਜ਼ਾਂ ਦੇਖ ਰਹੇ ਹੋ ਤਾਂ। ਇੱਕ ਹਮੀਰ ਸਿੰਘ ਜੀ ਇਹ ਵੀ ਗੱਲ ਆ ਰਹੀ ਹੈ ਵੀ ਕਿ ਕੇਂਦਰ ਸਰਕਾਰ ਇਹ ਖੇਤੀ ਸੰਬੰਧੀ 3 ਆਰਡੀਨੈਂਸ ਲੈ ਕੇ ਆਈ ਹੈ ਜਿਹਦਾ ਦੇਸ਼ ਭਰ 'ਚ ਵਿਰੋਧ ਹੋ ਰਿਹਾ, ਪਰ ਫਿਰ ਵੀ ਕੇਂਦਰ ਸਰਕਾਰ ਜਿਹੜੀ ਹੈਗੀ ਹੈ ਇਹਨਾਂ ਆਰਡੀਨੈਂਸਾਂ ਨੂੰ ਲੈ ਕੇ ਪਿੱਛੇ ਹਟਦੀ ਨਹੀਂ ਦਿਖ ਰਹੀ। ਦੂਜੇ ਪਾਸੇ ਪੰਜਾਬ ਵਿਧਾਨ ਸਭਾ ਦੇ ਵਿੱਚ ਇਹਨਾਂ ਆਰਡੀਨੈਂਸਾਂ ਦੇ ਖਿਲਾਫ ਮਤਾ ਲਿਆਂਦਾ ਗਿਆ, ਪਰ ਹੁਣ ਜਿਹੜਾ ਪੰਜਾਬ ਦਾ ਕਿਸਾਨ ਹੈ ਇਹ ਚੀਜ਼ ਨੂੰ ਲੈ ਕੇ ਬੜਾ ਸੋਚੀ ਪਿਆ ਹੋਇਆ ਹੈ ਵੀ ਕਿ ਅੱਗੇ ਫਸਲਾਂ ਦਾ ਸੀਜ਼ਨ ਫੇਰ ਆ ਰਿਹਾ ਵੀ ਕਿ ਉਹਨਾਂ ਦੀ ਫਸਲਾਂ ਦੀ ਜਿਹੜੀ ਇਸ ਵਾਰ ਖਰੀਦ ਫਰੋਖਤ ਹੈਗੀ ਆ ਉਹ ਕਿੱਥੇ ਕੀਤੀ ਜਾਏਗੀ। ਉਹਦੇ 'ਚ ਮਤਲਬ ਇਹ ਹੈ ਕਿ ਅਗਲਾ ਵੀ ਉਵੇਂ ਹੀ ਹੋਏਗਾ ਜਿਵੇਂ ਪਹਿਲਾਂ ਹੋਇਆ। ਕੇਂਦਰ ਦੀ ਸਰਕਾਰ ਉਦੋਂ ਗਲ ਗੁੱਠਾ ਦਿੰਦੀ ਹੈ ਸੂਬਾ ਸਰਕਾਰਾਂ ਦੇ। ਉਦੋਂ ਵੀ ਪ੍ਰੋਕਿਉਰਮੈਂਟ ਸੀਜ਼ਨ ਆ ਗਿਆ ਸੀ 2017 ਦਾ, ਜਿਹੜਾ ਦੇ ਵਿੱਚ ਜਦੋਂ ਸਾਹਮਣੇ ਪ੍ਰੋਕਿਉਰਮੈਂਟ ਦਿਖਾਈ ਦੇ ਰਹੀ ਸੀ ਅਗਲੇ ਮਹੀਨਿਆਂ 'ਚ, ਨਹੀਂ ਤਾਂ ਉਹ ਸੀਸੀ ਲਿਮਟ ਕਹਿੰਦੇ ਨੇ ਅਸੀਂ ਨਹੀਂ ਦੇਣੀ, ਨਹੀਂ 31,000 ਕਰੋੜ ਦਾ ਲੋਨ ਦੇ ਵਿੱਚ ਕਨਵਰਟ ਕਰੋ ਇਸ ਸਾਰੇ ਮਾਮਲੇ ਦੇ ਵਿੱਚ। ਔਰ ਜਿਹੜੇ ਲੋਨ ਦੀ ਇਨਕੁਆਰੀ ਨਹੀਂ ਹੋਈ, ਜੇ ਤੁਹਾਡੇ ਤੁਸੀਂ ਫਰਾਡ ਮੰਨ ਲਿਆ ਕਿ ਗਵਰਨਮੈਂਟ ਆਫ ਇੰਡੀਆ ਦਾ, ਉਹਨੇ ਕਿਹਾ ਕਿ ਫਰਾਡ ਹੈ ਇਹ, ਤਾਂ ਜਾਂ ਫਰਾਡ ਉਹਨਾਂ ਬੰਦਿਆਂ ਤੋਂ ਵਸੂਲ ਕਰੋ ਜਿਨ੍ਹਾਂ ਨੇ ਫਰਾਡ ਕੀਤਾ ਤੇ ਲੋਕਾਂ ਦੇ ਸਿਰ ਪਾਤਾ। ਕੇਂਦਰ ਨੇ ਵੀ ਤੇ ਸੂਬੇ ਦੀ ਸਰਕਾਰ ਦੋਨਾਂ ਨੇ ਮਿਲ ਕੇ, ਕੋਈ ਗੱਲ ਨਹੀਂ ਫਰਾਡ ਹੋ ਗਿਆ, ਉਹਦੀ ਜਾਂਚ ਦੀ ਕੋਈ ਲੋੜ ਨਹੀਂ, ਸਾਨੂੰ ਤਾਂ ਪੈਸਾ ਚਾਹੀਦਾ ਤੇ ਇਹ ਲੋਕਾਂ ਦੀ ਬਾਹ ਮਰੋੜ ਕੇ ਤੁਸੀਂ ਅੱਗੇ ਲੈ ਲਓ। ਹੁਣ ਵੀ ਇਹੀ ਹੋਣਾ। ਹੁਣ ਇਹ ਹੋਣਾ ਕਿ ਜੇ ਓਨੀ ਵੀ ਲੈਣੀ ਹੈ ਤੁਸੀਂ CCL ਲਿਮਟ, ਜਿੰਨੀ ਅਸੀਂ ਡਿਸਟ੍ਰੀਬਿਊਸ਼ਨ ਦੇ ਵਾਸਤੇ ਜਨਤਕ ਵੰਡ ਪ੍ਰਣਾਲੀ 'ਚ ਚਾਹੁੰਦੇ ਹਾਂ ਤਾਂ ਲੈ ਲਓ, ਨਹੀਂ ਅਸੀਂ ਉਹ ਵੀ ਨਹੀਂ ਦਿੰਦੇ, ਤੁਸੀਂ ਜਿੱਥੋਂ ਮਰਜ਼ੀ ਖਰੀਦੋ, ਅਸੀਂ ਨਹੀਂ ਖਰੀਦਦੇ। ਤੇ ਸੂਬਾ ਸਰਕਾਰਾਂ ਦੇ ਸਾਹਮਣੇ ਅਗਲੇ ਨੂੰ ਆ ਜਾਂਦਾ, ਕਿਉਂਕਿ ਲੋਕ ਤੱਕ ਉਹਨਾਂ ਦੇ ਗਲ ਪੈਣਗੇ ਕਿ ਅਸੀਂ ਤੁਹਾਡੇ ਲਈ ਉਸ ਲੈਵਲ ਤੇ ਹੋ। ਇਸ ਕਰਕੇ ਜਦੋਂ ਪਾਲਿਸੀ ਤਬਦੀਲ ਹੁੰਦੀ ਹੈ, ਜਦੋਂ ਮਨ ਤਬਦੀਲ ਹੁੰਦਾ ਹੈ, ਤਾਂ ਜਿਹੜੀਆਂ ਸੂਬਿਆਂ ਦੀਆਂ ਸਰਕਾਰਾਂ ਨੇ, ਜਿਵੇਂ ਹੁਣ ਹੈ, ਜੇ ਉਹ ਕਹਿ ਰਹੇ ਨੇ ਕਿ ਜੀ ਜੇ ਤੁਸੀਂ ਲੋਨ ਵੀ ਜ਼ਿਆਦਾ ਲੈਣਾ, ਜਿੰਨਾ ਤੁਹਾਡਾ ਕੁੱਲ ਘਰੇਲੂ ਪੈਦਾਵਾਰ ਹੁੰਦੀ ਹੈ ਉਹਦੇ 3% ਤੱਕ ਦੀ ਤੁਹਾਨੂੰ ਇਜਾਜ਼ਤ ਹੈ, 2% ਹੋਰ ਇਜਾਜ਼ਤ ਦੇ ਦਿੰਦੇ ਆ, ਪਰ ਆਹ 4 ਸ਼ਰਤਾਂ ਮੰਨਣੀਆਂ ਪੈਣਗੀਆਂ। ਇੱਕ ਦੇਸ਼ ਇੱਕ ਰਾਸ਼ਨ ਕਾਰਡ ਮੰਨਣਾ ਪਊ, ਬਿਜਲੀ ਦੇ ਬਿੱਲਾਂ 'ਚ ਤਬਦੀਲੀ ਕਰਨ ਦੀ ਗੱਲ ਮੰਨਣੀ ਪਊਗੀ, ਉਹ ਸਾਰੀਆਂ ਚੀਜ਼ਾਂ ਮੰਨਣੀਆਂ ਪੈਣਗੀਆਂ, ਤੇ ਨਹੀਂ ਤੁਸੀਂ ਇਹ ਲੈ ਨਹੀਂ ਸਕਦੇ। ਤੇ ਹੁਣ ਫਿਰ ਉਹ ਸੂਬਾ ਸਰਕਾਰ ਇਹ ਕਹਿ ਰਹੀ ਹੈ ਵੀ ਸਾਡੀ ਮਜਬੂਰੀ ਹੈ ਜੀ, ਪੈਸੇ ਤਾਂ ਸਾਨੂੰ ਚਾਹੀਦੇ ਨੇ। ਇਹਦਾ ਮਤਲਬ ਇਹ ਹੈ ਕਿ ਜਿਹੜੇ ਉਹ ਬਾਹ ਮਰੋੜ ਕੇ ਕਰਨ ਵਾਲਾ ਇਹ ਆਰਡੀਨੈਂਸ, ਸੂਬਾ ਸਰਕਾਰਾਂ ਦੀ ਔਕਾਤ ਐਡੀ ਵੱਡੀ ਨਹੀਂ ਹੈ ਕਿ ਉਹਦੇ ਖਿਲਾਫ ਇਸ ਲੈਵਲ ਤੇ ਖੜੀਆਂ ਰਹਿ ਸਕਣ। ਔਰ ਜਿਹੜੇ ਵੀ ਇਹ ਕਹਿੰਦੇ ਨੇ ਕਿਸਾਨ ਫ੍ਰੀ ਕਰਤਾ, ਇੱਥੇ ਬੜੀ ਵੱਡੀ ਡਿਬੇਟ ਹੋ ਚੁੱਕੀ ਹੈ ਕਿ ਕਿਸਾਨ ਫ੍ਰੀ ਨਹੀਂ, ਅਸਲ 'ਚ ਵਪਾਰੀ ਫ੍ਰੀ ਕੀਤਾ ਹੈ। ਔਰ ਕਿਸਾਨੀ ਨੂੰ ਕੋਈ ਨਹੀਂ, ਕਿਸਾਨ ਤਾਂ ਲੋਕਲ ਆਪਣਾ ਉਹ ਕਰਦਾ, ਇਕੱਲਾ ਵੇਚਣਾ ਚਾਹੁੰਦਾ, ਬਾਹਰ ਕਿਤੇ ਨਹੀਂ ਜਾ ਸਕਦਾ। ਦੂਜੀ ਤੁਸੀਂ ਇਹ ਕਰਤਾ ਕਿ ਮੰਡੀ ਬੋਰਡ ਦਾ ਢਾਂਚਾ ਬਿਲਕੁਲ ਬਰਬਾਦ ਹੋਏਗਾ, ਸੈਲਰ ਮਾਰਕੀਟ ਬਰਬਾਦ ਹੋ ਜਾਏਗੀ, ਤੇ ਈਵਨ ਆੜ੍ਹਤੀਆਂ ਤੋਂ ਲੈ ਕੇ ਸਾਰੇ ਕਿਸਾਨ ਤੇ ਪੇਂਡੂ ਅਰਥ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਏਗੀ। ਤੇ ਇੱਕ ਜਿਹੜਾ ਤੁਸੀਂ ਜ਼ਖੀਰਾ ਪੈਦਾ ਕਰਨ ਦਾ ਦੇਤਾ ਕਿ ਜਿੰਨਾ ਮਰਜ਼ੀ ਜ਼ਖੀਰਾ ਕਰੋ, ਜਿਹੜੀਆਂ ਇਹ ਕੰਪਨੀਆਂ ਆ ਰਹੀਆਂ ਨੇ ਵੱਡੀਆਂ ਤੇ ਵੱਡੀਆਂ ਖੁਰਾਕ ਮਾਰਕੀਟ ਦੇ ਵਿੱਚ, ਇਹ ਵੱਡੇ ਪੱਧਰ ਤੇ ਪਰਚੇਜ ਕਰਿਆ ਕਰਨਗੀਆਂ, ਛੋਟਾ ਵਪਾਰੀ ਵਿੱਚੋਂ ਨਿਕਲ ਜਾਣਾ, ਤੇ ਵੱਡੀ ਪਰਚੇਜ ਕਰਕੇ ਸਟੋਰ ਕਰ ਲੈਣਗੀਆਂ, ਤੇ ਸਟੋਰ ਫਿਰ ਮਨ ਮਰਜ਼ੀ ਨਾਲ ਹੌਲੀ ਹੌਲੀ ਥੋੜਾ ਥੋੜਾ ਮਾਲ ਰਿਲੀਜ਼ ਕਰਨਗੀਆਂ, ਡਬਲ ਤੇ ਤਿੱਗਣੇ ਚੌਗਣੇ ਰੇਟ ਦੇ ਉੱਤੇ, ਕਿਉਂਕਿ ਕਾਨੂੰਨ ਦੇ ਵਿੱਚ ਤੁਸੀਂ ਉਹਦੇ ਪੱਖ ਦੇ ਵਿੱਚ ਬਣਾਤਾ, ਤੁਸੀਂ ਕੁਝ ਕਰ ਨਹੀਂ ਸਕਦੇ। ਇਸ ਕਰਕੇ ਬਹੁਤ ਵੱਡਾ ਸਵਾਲ ਹੈ ਕਿ ਅਸੀਂ ਘਪਲੇਬਾਜ਼ੀਆਂ ਨੂੰ ਲੋਕਾਂ ਦੇ ਸਿਰ ਪਾ ਰਹੇ ਹਾਂ, ਚਾਹੇ ਉਹ ਬਿਜਲੀ ਸਮਝੌਤੇ ਘਪਲੇਬਾਜ਼ੀਆਂ ਦੇ ਹੋਣ, ਚਾਹੇ ਉਹ ਖੁਰਾਕ ਦੇ ਸਮਝੌਤੇ ਘਪਲੇਬਾਜ਼ੀਆਂ ਦੇ ਹੋਣ। ਆਪਣੇ ਮੰਤਰੀਆਂ ਨੂੰ, ਆਪਣੇ MLA ਨੂੰ, ਆਪਣੇ ਅਫਸਰਾਂ ਨੂੰ ਨਿਰਪੱਖ ਜਾਂਚ ਦੀ ਬਜਾਏ, ਜਿਹਦੀ ਕੋਈ ਕਮਜ਼ੋਰੀ ਹੈ, ਜਿਹਦੀ ਕੋਈ ਗਲਤੀ ਹੈ, ਉਹਨੂੰ ਪਿੰਨ ਪੁਆਇੰਟ ਕਰਕੇ ਉਹਨੂੰ ਸਜ਼ਾ ਦੇਣ ਦੇ ਬਜਾਏ ਤੁਸੀਂ ਲੋਕ ਤੁਹਾਨੂੰ ਸੌਖੇ ਲੱਭੇ ਹੋਏ ਨੇ, ਜਿਹਦੇ ਤੇ ਮਰਜ਼ੀ ਜੋ ਮਰਜ਼ੀ
ਕਰ ਦਿੰਦੇ ਹੋ ਤੁਸੀਂ। ਹਮੀਰ ਸਿੰਘ ਜੀ, ਮੈਂ ਵਿੱਚ ਹੀ ਫਿਰ ਟੋਕਣਾ ਚਾਹਾਂਗਾ, ਜੇ ਇਹ ਤਿੰਨੋਂ ਆਰਡੀਨੈਂਸ ਜਿਹੜੇ ਹੈਗੇ ਲਾਗੂ ਕਰ ਦਿੱਤੇ ਜਾਂਦੇ ਨੇ, ਇਹਦਾ ਪੰਜਾਬ ਦੀ ਅਰਥ ਵਿਵਸਥਾ ਤੇ ਕੀ ਪ੍ਰਭਾਵ ਪਏਗਾ? ਪੰਜਾਬ ਦੀ ਅਰਥ ਵਿਵਸਥਾ 'ਤੇ ਤਾਂ ਪ੍ਰਭਾਵ ਹੀ ਹੈ। ਹੁਣ ਕੀ ਹੈ, ਪੰਜਾਬ ਜੇ ਮਾੜਾ ਮੋਟਾ ਕਰੋਨਾ ਦੇ ਵਿੱਚ ਵੀ ਬਚੇ ਹੈ ਤਾਂ ਕੁਦਰਤੀ ਫਸਲ ਆ ਗਈ ਨਵੀਂ, ਤੇ ਜਿਹੜੀ ਫਸਲ ਦੇ ਨਾਲ ਲਗਭਗ 30-35 ਹਜ਼ਾਰ ਕਰੋੜ ਰੁਪਇਆ ਇੱਕ ਪੰਜਾਬ ਦੀ ਮੰਡੀ ਦੇ ਵਿੱਚ ਚੱਲ ਰਿਹਾ ਹੈ। ਔਰ ਅਜੇ ਕਿਸਾਨ ਵੀ ਪੰਜਾਬ ਦਾ ਹੁਣ ਵੀ ਕਰਜ਼ੇ ਦੇ ਕਾਰਨ ਖੁਦਕੁਸ਼ੀਆਂ ਕਰ ਰਿਹਾ। ਜੇ ਕਣਕ ਤੇ ਝੋਨਾ ਹੀ ਸਾਡੀ ਵੱਡੀ ਫਸਲ ਹੈ, ਜੇ ਉਹਦੇ ਤੋਂ ਵੀ ਘੱਟੋ ਘੱਟ ਸਮਰਥਨ ਮੁੱਲ ਤੇ ਵਾਪਸ ਚਲਾ ਗਿਆ ਤਾਂ ਉਹਦੇ ਨਾਲ ਕੀ ਹੋਏਗਾ ਕਿ ਸੁਸਾਈਡ ਵੀ ਬਹੁਤ ਵੱਡੇ ਪੱਧਰ ਤੇ ਵਧੇਗੀ, ਕਿਉਂਕਿ ਮੁਨਾਫਾ ਉਹਨਾਂ ਵੀ ਕੋਈ ਫਸਲ ਨਹੀਂ ਦੇ ਪਾਊਗੀ ਕਿਸੇ ਵੀ ਰੂਪ ਦੇ ਵਿੱਚ। ਸੂਬਾ ਸਰਕਾਰ ਦੀ ਔਕਾਤ ਨਹੀਂ ਕਿ ਉਹ ਆਪ ਐਮਐਸਪੀ ਤੇ ਖਰੀਦ ਲਏਗੀ, ਇਹ ਤਾਂ ਕੇਂਦਰ ਸਰਕਾਰ ਦੀ ਹੋ ਸਕਦੀ ਹੈ, ਕਿਉਂਕਿ ਇਹਨਾਂ ਕੋਲ ਪੈਸੇ ਨਹੀਂ ਤਾਂ ਰੋਂਦੇ ਨੇ ਕਿ ਸਾਡੇ ਕੋਲ ਤਾਂ ਪਹਿਲਾਂ ਹੀ ਪੈਸੇ ਹੈ ਨਹੀਂ, ਜੀਐਸਟੀ ਨੇ ਹੋਰ ਮਾਰਤੇ ਤੇ ਪ੍ਰੋਕਿਉਰਮੈਂਟ ਵਿਦਡਰਾ ਹੋ ਗਈ। ਤਾਂ ਜਿੱਥੇ ਵਿਦਡਰਾ ਹੋਈ ਹੈ ਬਿਹਾਰ ਦੇ ਵਿੱਚ ਜਾਂ ਬਾਕੀ ਸੂਬਿਆਂ ਦੇ ਵਿੱਚ, ਉੱਥੇ ਉਹੀ 1000-1100 ਤੋਂ ਵੱਧ ਨਹੀਂ ਵਿਕ ਰਹੀ। ਤਾਂ ਇੱਕ ਤਾਂ ਰੇਟ ਘਟ ਜਾਣਾ, ਕਿਸਾਨੀ ਨੂੰ ਹੋਣਾ। ਦੂਜਾ ਇਹ ਹੋਣਾ ਕਿ ਜਿਹੜਾ 3000 ਕਰੋੜ ਤੋਂ ਵੱਧ ਦਾ ਪੈਸਾ ਮੰਡੀ ਬੋਰਡ ਦੇ ਰਾਹੀਂ ਗਵਰਨਮੈਂਟ ਦੇ ਜਾਂ ਡਿਵੈਲਪਮੈਂਟ ਦੇ ਖਾਤੇ ਦੇ ਵਿੱਚ ਆਉਂਦਾ ਹੈ, ਉਹ ਬਿਲਕੁਲ ਬੰਦ ਹੋ ਜਾਣਾ ਉਸ ਪੱਧਰ ਦੇ ਉੱਤੇ, ਕਿਉਂਕਿ ਤੁਸੀਂ ਬਾਕੀਆਂ ਨੂੰ ਤਾਂ 0% ਤੇ ਦੇ ਰਹੇ ਹੋ। ਉਹਨਾਂ ਨੇ ਖੁੱਲ੍ਹ ਦੇਤੀ ਤੇ ਤੁਸੀਂ ਟੈਕਸ ਲਾ ਨਹੀਂ ਸਕਦੇ, ਸਟੇਟ ਗਵਰਨਮੈਂਟ ਉਹਨਾਂ 'ਤੇ ਤਾਂ ਲਾ ਨਹੀਂ ਸਕਦੀ। ਜੇ ਉਹਨਾਂ ਦੀ ਮੰਡੀ 'ਚੋਂ ਖਰੀਦੂਗਾ ਤਾਂ ਲਾਊਗਾ, ਉਹ ਕਹਿੰਦੇ ਮੈਂ ਤੁਹਾਡੀ ਮੰਡੀ ਜਾਣਾ ਹੀ ਨਹੀਂ, ਮੈਂ ਤਾਂ ਡਾਇਰੈਕਟ ਕਿਧਰੋਂ ਵੀ ਖਰੀਦ ਲਊਂਗਾ। ਇਸ ਲਈ ਸੂਬੇ ਦੇ ਫਾਈਨਾਂਸ 'ਚ ਵੀ ਉਹ ਹੋ ਜਾਣਗੇ। ਔਰ ਜਦੋਂ ਓਵਰਆਲ ਪ੍ਰੋਕਿਉਰਮੈਂਟ ਦਾ ਜਿਹੜੀ ਜੇ ਹੁਣ 70,000 ਕਰੋੜ ਲੱਗਦਾ ਪੂਰੇ ਸਾਲ 'ਚ 2 ਫਸਲਾਂ ਤੇ ਬਾਕੀ 'ਚ, ਤੇ ਜੇ ਉਹੀ 40-50 ਹਜ਼ਾਰ ਕਰੋੜ ਤੇ ਰਹਿ ਗਿਆ ਤਾਂ ਸੂਬੇ ਦੀ ਅਰਥ ਵਿਵਸਥਾ ਕਿੱਥੇ ਹੈ? ਉਹਦੀ ਜੀਡੀਪੀ 'ਚ ਜਿਹੜੀ ਅਸੀਂ ਕਹਿੰਦੇ ਹਾਂ ਕਿ ਸਾਡੀ ਇੰਨੀ ਬਣ ਗਈ, ਜੀਡੀਪੀ ਇੱਕਦਮ ਥੱਲੇ ਆ ਜਾਏਗੀ। ਤੇ ਇਸ ਲਈ ਪੰਜਾਬ ਵਰਗਾ ਸੂਬਾ ਜਿਹੜਾ ਪਹਿਲਾਂ ਹੀ ਫਸਿਆ ਹੋਇਆ ਉਜਾੜੇ ਦੀ ਕਗਾਰ ਤੇ ਹੈ। ਸ਼ਾਇਦ ਇਸੇ ਕਰਕੇ ਲੋਕ ਬੇਆਸ ਨੇ, ਪਾਣੀ ਸਾਡਾ ਚਲਾ ਗਿਆ, ਇੰਨਾ ਡੂੰਘਾ ਹੋ ਗਿਆ, ਮਿੱਟੀ ਬਰਬਾਦ ਹੋ ਗਈ, ਆਬੋ ਹਵਾ ਖਰਾਬ ਹੋ ਗਈ, ਬੱਚੇ ਸਾਡੇ ਵਿਦੇਸ਼ ਨੂੰ ਭੱਜ ਰਹੇ ਨੇ ਇਸੇ ਕਰਕੇ ਕਿਉਂਕਿ ਇੱਥੇ ਕੋਈ ਉਮੀਦ ਨਹੀਂ ਹੈ, ਅੱਧੇ ਬੱਚੇ ਨਸ਼ੇ ਤੇ ਲੱਗੇ ਨੇ। ਤੇ ਇਹ ਹੋਰ ਵੀ ਨਿਰਾਸ਼ਤਾ ਪੈਦਾ ਕਰੇਗੀ, ਜਾਂ ਪੰਜਾਬ 'ਚ ਕੋਈ ਬੇਚੈਨੀ, ਜਾਂ ਕੋਈ ਪੰਜਾਬ ਦੇ ਵਿੱਚ ਅੱਧ-ਮੂਲ ਇਹੋ ਜਿਹਾ ਉੱਠੇਗਾ। ਤੇ ਇਸੇ ਕਰਕੇ ਪੰਜਾਬੀਆਂ ਨੂੰ ਬਹੁਤ ਗੰਭੀਰਤਾ ਨਾਲ, ਜੇ ਕਿਸਾਨ ਜਥੇਬੰਦੀਆਂ ਇੱਕ ਅੰਦੋਲਨ ਕਰ ਰਹੀਆਂ ਨੇ, ਬਾਕੀ ਦੇ ਲੋਕਾਂ ਦਾ ਵੀ ਅੰਦੋਲਨ ਹੈ, ਸਮੁੱਚੇ ਪੰਜਾਬ ਦੇ ਬਚਾਉਣ ਦਾ ਕੁਐਸਚਨ ਹੈ ਇਹ। ਔਰ ਇਹ ਜੇ ਆਰਡੀਨੈਂਸ ਉਸ ਰੂਪ 'ਚ ਲਾਗੂ ਹੁੰਦੇ ਨੇ, ਜੋ ਮਰਜ਼ੀ ਕੋਈ ਕਹੇ, ਪਰ ਮੈਨੂੰ ਇਹ ਲੱਗਦਾ ਕਿ ਇਹਦੇ ਨਾਲ ਪੰਜਾਬ ਦੇ ਉਜਾੜੇ ਦਾ ਤਰੀਕਾ ਜਾਂ ਉਹਦਾ ਰਫ਼ਤਾਰ ਹੋਰ ਤੇਜ਼ ਹੋ ਜਾਏਗੀ। ਔਰ ਇਹ ਸੋਚਣ ਦਾ ਸਵਾਲ ਹੈ, ਗੰਭੀਰ ਸਵਾਲ ਹੈ। ਇਕੱਲਾ ਪੰਜਾਬ ਦਾ ਉਜਾੜੇ ਦਾ ਮਤਲਬ ਇਹ ਨਹੀਂ ਕਿ ਦੇਸ਼ ਲਈ ਉਹ ਫਾਇਦੇਮੰਦ ਹੋਏਗਾ, ਕਿਉਂਕਿ ਪੰਜਾਬ ਬਾਰਡਰ ਸਟੇਟ ਹੈ। ਪੰਜਾਬ ਵਰਗਾ ਸੂਬੇ ਤੇ ਉਜਾੜੇ ਦੀ ਤਲਵਾਰ ਲਟਕਦੀ ਹੈ ਤਾਂ ਦੇਸ਼ ਲਈ ਵੀ ਸੰਕਟ ਦਾ ਸਮਾਂ ਹੈ। ਇਸ ਲਈ ਮਿਲ ਕੇ ਇਹ ਪੂਰੇ ਮਾਮਲੇ ਦੇ ਵਿੱਚ ਸੋਚਣ ਦਾ ਸਵਾਲ ਹੈ। ਇਹ ਸਨ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੋਆਰਡੀਨੇਟਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਜੇਕਰ ਦੇਸ਼ ਦੇ ਵਿੱਚ ਤਿੰਨੋਂ ਆਰਡੀਨੈਂਸ ਲਾਗੂ ਕੀਤੇ ਜਾਂਦੇ ਨੇ ਤਾਂ ਹੋਰ ਨਹੀਂ ਤਾਂ ਪੰਜਾਬ ਤਾਂ ਉਜਾੜੇ ਵੱਲ ਬਹੁਤ ਹੀ ਅੱਗੇ ਵੱਧ ਜਾਵੇਗਾ। ਇਸ ਨਾਲ ਪੰਜਾਬ ਦੀ ਅਰਥ ਵਿਵਸਥਾ, ਪੰਜਾਬ ਦੇ ਵਪਾਰ ਤੇ ਹੋਰ ਜਿਹੜਾ ਹੈਗਾ ਖੇਤੀ ਢਾਂਚੇ 'ਤੇ ਬਹੁਤ ਵੱਡਾ ਅਸਰ ਪਏਗਾ, ਜਿਸ 'ਤੇ ਸੋਚਣ ਦੀ ਲੋੜ ਹੈ। ਕੱਲ੍ਹ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।